तेग बहादुर सिमरिया घर नौ निध आवे धाए। सब थाई हुए सहाय धन धन सतगुरु गुरु तेग बहादुर साहिब जी महाराज, जिन्हां ने सारे देश दा भरमन करके कई भुल्लियां भटकियां नूं सिद्धे रस्ते पाया सी। जिन्हां दे जीवन अंदर परमात्मा वाहिगुरु दा दीवा जग गया। धन धन नौवें पातशाह गुरु तेग बहादुर साहब महाराज जी संसार दा रटन करदियां मुल्तान चले गए। इत्थे एक बड़ा प्रेमी सिख भाई रूपा सेठ जी रहिंदा सी, जिहड़ा कि गुरु साहिब जी नाल बहुत प्रेम करदा सी। दिलों मुहब्बत जिन सही सच्चिया, जिन मन होर मुख होर से कांडे कच्चिया। दिलों कुछ मुख तो कुछ गुरु साहिब जी आखदे ने वो कच्चे मनुख ने, पर जेड़े दिलों प्रेम करदे ने, दिल तो उस अकाल पुरख दा ध्यान धरदे ने, गुरु साहिब उन्हां दे नाल अंग संग रहिंदे ने। रूपा सेठ बहुत अमीर सी, बहुत धनाड़ सी। मुल्तान विच इहदा बहुत नाम सी, पर दिल तो ये बड़ा सच्चा सी। ये सारियां दी मदद करदा सी, गरीबां दे नाल अंग संग होके उन्हां दे कारजां विच सहायता करदा सी। धन धन सतगुरु गुरु तेग बहादुर साहब महाराज जी दी सिੱਖਿਆ दे नाल अपना जीवन बतीत करदा सी। इसे मुल्तान विच एक डाकू रहिंदा सी, जिस दा नाम भी रूपा सी। एक वार रूपा डाकू ने डाका मारिया, बहुत घर इसने लुट ले। आसे पासे रूपे डाकू दी दहशत फैली हुई सी। जद कोतवाल नूं पता लगा कि डाका रूपे मारिया है, ਤਾਂ ਉਸ ਰੂਪੇ ਡਾਕੂ ਨੂੰ ਫੜਨ ਦੀ ਬਜਾਏ ਉਸਨੇ ਉਸ ਰੂਪੇ ਸੇਠ ਨੂੰ ਫੜ ਲਿਆ। ਰੂਪਾ ਸੇਠ ਗੁਰੂ ਦਾ ਸੱਚਾ ਸਿੱਖ ਸੀ ਅਤੇ ਸੱਚਾ ਸੀ। ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਨਾਲ ਦਿਲੋਂ ਪ੍ਰੇਮ ਕਰਦਾ ਸੀ। ਉਹ ਸੱਚੇ ਦਿਲੋਂ ਸਤਿਗੁਰੂ ਪਾਸ ਅਰਦਾਸ ਕੀਤੀ, ਕਿਸ ਤਰ੍ਹਾਂ ਉਸ ਦੀ ਇੱਜ਼ਤ ਰਹਿ ਜਾਵੇ। ਵਾਹਿਗੁਰੂ ਜੀ, ਤੁਸੀਂ ਜਾਣਦੇ ਹੋ ਡਾਕਾ ਮੈਂ ਮਾਰਿਆ ਹੈ ਕਿ ਰੂਪੇ ਡਾਕੂ ਨੇ ਡਾਕਾ ਮਾਰਿਆ ਹੈ। ਦਿਲੋਂ ਪ੍ਰੇਮ ਨਾਲ ਭਿੱਜ ਕੇ ਬੇਨਤੀ ਕੀਤੀ ਕਿ ਗੁਰੂ ਤੇਗ ਬਹਾਦਰ ਸਾਹਿਬ ਜੀ ਮੇਰੀ ਲਾਜ ਰੱਖ ਲਓ, ਮੇਰੀ ਇੱਜ਼ਤ ਰੱਖ ਲਓ। ਆਪ ਦਿਆਲੂ ਹੋ, ਕਿਰਪਾਲੂ ਹੋ, ਪਰਦੇ ਕੱਜਣ ਵਾਲੇ ਹੋ। ਉਹ ਸੱਚੇ ਦਿਲੋਂ ਸਤਿਗੁਰੂ ਪਾਸ ਅਰਦਾਸ ਕੀਤੀ, ਕਿਸੇ ਤਰ੍ਹਾਂ ਉਸ ਦੀ ਇੱਜ਼ਤ ਰਹਿ ਜਾਵੇ। ਅਗਲੇ ਦਿਨ ਉਸ ਦੀ ਬੇਨਤੀ ਸੁਣੀ ਗਈ। ਲਾਗਲੇ ਪਿੰਡ ਇੱਕ ਕੋਤਵਾਲ ਨੇ ਉਸ ਕੋਤਵਾਲ ਪਾਸ ਸੁਨੇਹਾ ਭੇਜਿਆ ਕਿ ਅਸਲੀ ਰੂਪਾ ਡਾਕੂ ਫੜਿਆ ਗਿਆ ਹੈ ਅਤੇ ਚੋਰੀ ਦਾ ਮਾਲ ਵੀ ਫੜਿਆ ਗਿਆ ਹੈ। ਇਸ ਲਈ ਤੁਸੀਂ ਰੂਪੇ ਸੇਠ ਨੂੰ ਛੱਡ ਦਿਓ। ਤਦ ਰੂਪੇ ਸੇਠ ਦੀ ਖਲਾਸੀ ਹੋ ਗਈ, ਉਸ ਦੀ ਇੱਜ਼ਤ ਰਹਿ ਗਈ, ਕਿਉਂਕਿ ਮਨ ਕਰਕੇ ਉਸਨੇ ਗੁਰੂ ਸਾਹਿਬ ਜੀਆਂ ਦੇ ਚਰਨਾਂ ਵਿੱਚ ਬੇਨਤੀ ਕੀਤੀ ਸੀ। ਮਨ ਕਰਕੇ ਕੀਤੀ ਹੋਈ ਬੇਨਤੀ ਝੱਟ ਅਕਾਲ ਪੁਰਖ ਵਾਹਿਗੁਰੂ ਗੁਰੂ ਨਾਨਕ ਸਾਹਿਬ ਦੇ ਘਰ ਪ੍ਰਵਾਨ ਹੋ ਗਈ। ਜਦ ਉਸ ਨੂੰ ਪਤਾ ਲੱਗਾ ਕਿ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਸ਼ਹੀਦ ਹੋ ਚੁੱਕੇ ਨੇ ਦਿੱਲੀ ਵਿਖੇ, ਕਿ ਹੁਣ ਗੁਰੂ ਨਾਨਕ ਸਾਹਿਬ ਜੀ ਦੀ ਗੱਦੀ ਦੇ 10ਵੇਂ ਵਾਰਸ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੇ ਲਖਤੇ ਜਿਗਰ ਧੰਨ ਧੰਨ ਗੋਬਿੰਦ ਰਾਏ ਜੀ ਗੱਦੀ ਤੇ ਬਿਰਾਜਮਾਨ ਹੋ ਰਹੇ ਹਨ ਅਤੇ ਸਿੱਖ ਸੰਗਤਾਂ ਦੂਰ ਦੂਰ ਤੋਂ ਸੁਗਾਤਾਂ ਲੈ ਕੇ ਪਹੁੰਚ ਰਹੀਆਂ ਹਨ। ਅਨੰਦਪੁਰ ਸਾਹਿਬ ਜੀ ਦੀ ਧਰਤੀ ਤੇ ਅਨੇਕਾਂ ਸੰਗਤਾਂ ਗੁਰੂ ਸਾਹਿਬ ਜੀਆਂ ਦੀ ਗੁਰਿਆਈ ਗੱਦੀ ਤੇ ਹਾਜ਼ਰੀਆਂ ਲਵਾਉਣਗੀਆਂ। ਉਸਨੇ ਬਹੁਤ ਸੋਹਣਾ ਮਨ ਵਿੱਚ ਇੱਕ ਹੀਰਿਆਂ ਦਾ ਮੋਤੀ ਹਾਰ ਬਣਾਉਣ ਵਾਸਤੇ ਸੋਚਿਆ ਕਿ ਮੈਂ ਅਮੀਰ ਹਾਂ, ਬੜੀ ਮਾਇਆ ਹੈ,
ਕਿਉਂ ਨਾ ਹੋਵੇ ਕਿ ਧੰਨ ਧੰਨ ਗੁਰੂ ਗੋਬਿੰਦ ਰਾਏ ਸਾਹਿਬ ਜੀ ਮਹਾਰਾਜ ਵਾਸਤੇ ਹੀਰਿਆਂ ਦੇ ਮੋਤੀਆਂ ਦਾ ਹਾਰ ਬਣਵਾਇਆ ਜਾਏ ਅਤੇ ਸਤਿਗੁਰੂ ਜੀ ਵਾਸਤੇ 2 ਜੜਾਊ ਕੜਿਆਂ ਦੀ ਜੋੜੀ ਬਣਵਾਈ ਜਾਏ। ਬੜੀ ਰੀਝ ਦੇ ਨਾਲ ਉਹਨੇ ਸੁਨਿਆਰੇ ਕੋਲੋਂ ਇੱਕ ਹੀਰਿਆਂ ਦੀ ਮੋਤੀਆਂ ਦੀ ਮਾਲਾ ਬਣਵਾਈ। ਰੂਪੇ ਸੇਠ ਨੇ ਸਾਹਿਬ ਦੇ ਮੇਚ ਦੇ 2 ਜੜਾਊ ਕੜਿਆਂ ਦੀ ਜੋੜੀ ਵੀ ਬਣਵਾ ਲਈ। ਆਨੰਦਪੁਰ ਸਾਹਿਬ ਜਾਣਾ ਸੀ, ਕੋਈ ਜ਼ਰੂਰੀ ਕੰਮ ਪੈ ਗਿਆ, ਜਿਸ ਕਾਰਨ ਭਾਈ ਰੂਪਾ ਜੀ ਮੁਲਤਾਨ ਨੂੰ ਆਨੰਦਪੁਰ ਸਾਹਿਬ ਜਾਣ ਵਿੱਚ ਮੁਸ਼ਕਲ ਪੈਦਾ ਹੋ ਗਈ। ਪਰ ਜਦੋਂ ਕਿਸੇ ਕਾਰਨ ਆਨੰਦਪੁਰ ਸਾਹਿਬ ਨਾ ਜਾ ਸਕਿਆ ਤੇ ਉਸਨੇ ਸੋਚਿਆ ਕਿਉਂ ਨਾ ਹੋਏ ਇਲਾਕੇ ਦੇ ਮਸੰਦ ਭਾਈ ਦੁਲੀਚੇ ਦੇ ਹੱਥ ਇਹ ਵਸਤੂਆਂ ਭੇਜ ਦਿੱਤੀਆਂ ਜਾਣ। ਕੀਮਤੀ ਸੁਗਾਤਾਂ ਬਹੁਤ ਜ਼ਿਆਦਾ ਨੇ ਤੇ ਭਾਈ ਦੁਲੀਚਾ ਇਹ ਗੁਰੂ ਨਾਨਕ ਸਾਹਿਬ ਜੀ ਦੇ ਘਰ ਦਾ ਮਸੰਦ ਹੈ। ਭਾਈ ਦੁਲੀਚੇ ਨੂੰ ਰੂਪੇ ਸੇਠ ਨੇ ਸੱਦਿਆ। ਭਾਈ ਦੁਲੀਚਾ ਜੀ ਆਖਣ ਲੱਗਾ, ਹੁਕਮ ਕਰੋ ਸੇਠ ਜੀ। ਆਖਣ ਲੱਗੇ, ਤੁਸੀਂ ਆਨੰਦਪੁਰ ਸਾਹਿਬ ਚੱਲੇ ਹੋ? ਹਾਂਜੀ, ਮੈਂ ਆਨੰਦਪੁਰ ਸਾਹਿਬ ਚੱਲਾ ਹਾਂ। ਧੰਨ ਗੋਬਿੰਦ ਰਾਏ ਸਾਹਿਬ ਮਹਾਰਾਜ ਜੀ ਨੂੰ ਗੁਰਿਆਈ ਗੱਦੀ ਬਿਰਾਜਮਾਨ ਹੋਣਾ ਹੈ। ਆਖਣ ਲੱਗੇ, ਇਸ ਤਰ੍ਹਾਂ ਕਰੋ, ਆ 2 ਸੁਗਾਤਾਂ ਨੇ, ਇੱਕ ਹੀਰਿਆਂ ਮੋਤੀਆਂ ਦੀ ਮਾਲਾ ਹੈ ਅਤੇ ਆ 2 ਜੜਾਊ ਕੜਿਆਂ ਦੀ ਜੋੜੀ ਹੈ। ਇਹ ਮੇਰੇ ਸਤਿਗੁਰੂ ਜੀ ਨੂੰ ਭੇਟਾ ਕਰ ਦਿਓ। ਫੜ ਲਈ। ਪਰ ਮਸੰਦ ਭਾਈ ਦੁਲੀਚੇ ਦਾ ਮਨ ਬੇਈਮਾਨ ਹੋ ਗਿਆ। ਉਸਨੇ ਜੜਾਊ ਕੜਿਆਂ ਦੀ ਜੋੜੀ ਤਾਂ ਆਪਣੀ ਪੱਗ ਵਿੱਚ ਲੁਕਾ ਕੇ ਰੱਖ ਲਈ ਅਤੇ ਹੀਰਿਆਂ ਦੀ ਮੋਤੀਆਂ ਦੀ ਮਾਲਾ ਆਨੰਦਪੁਰ ਸਾਹਿਬ ਦਰਬਾਰ ਸਜਿਆ ਹੋਇਆ ਸੀ, ਗੁਰੂ ਸਾਹਿਬ ਜੀ ਨੂੰ ਭੇਟਾ ਕਰ ਦਿੱਤੀ। ਪਰ ਗੁਰੂ ਜੀ ਅੰਦਰ ਦੀ ਜਾਣਨ ਵਾਲੇ, ਘਟ ਘਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਣਤ। ਸਤਿਗੁਰੂ ਜੀ ਇਸ ਮਸੰਦ ਦੁਲੇਚੇ ਦੀ ਬੇਈਮਾਨ ਸਮਝ ਗਏ ਕਿ ਇਹਦੇ ਮਨ 'ਚ ਲਾਲਚ ਆ ਗਿਆ ਹੈ, ਬੇਈਮਾਨੀ ਹੋ ਗਈ ਹੈ। ਪਰ ਗੁਰੂ ਜੀ ਨੇ ਦੁਲੀਚੇ ਦੀ ਚਲਾਕੀ ਦਾ ਪਤਾ ਲੱਗ ਗਿਆ। ਸਤਿਗੁਰੂ ਜੀ ਨੇ ਕੁਛ ਨਾ ਕਿਹਾ। ਅਗਲੇ ਦਿਨ ਜਦ ਦਰਬਾਰ ਸਜਿਆ ਅਤੇ ਗੁਰੂ ਜੀ ਤਖਤ ਉੱਤੇ ਬਿਰਾਜਮਾਨ ਹੋਏ, ਸਾਰੀ ਸੰਗਤ ਸੱਜੀ ਹੋਈ ਹੈ। ਸਤਿਗੁਰੂ ਜੀ ਦਾ ਰੂਹਾਨੀ ਚਿਹਰਾ ਗੁਰੂ ਨਾਨਕ ਦੀਆਂ ਗੱਲਾਂ ਕਰ ਰਿਹਾ ਹੈ ਤੇ ਉਹਨਾਂ ਕਿਹਾ, ਭਾਈ ਦੁਲੀਚਾ ਕਿੱਥੇ ਹੈ? ਉਹ ਤੁਰੰਤ ਮੇਰੇ ਸਾਹਮਣੇ ਹਾਜ਼ਰ ਹੋਣ। ਦੁਲੀਚਾ ਝੱਟ ਉੱਠ ਕੇ ਗੁਰੂ ਜੀ ਦੇ ਸਨਮੁਖ ਹਾਜ਼ਰ ਹੋ ਗਿਆ। ਗੁਰੂ ਜੀ ਨੇ ਕਿਹਾ, ਭਾਈ ਦੁਲੀਚਾ, ਤੁਸੀਂ ਮੇਰੇ ਵਾਸਤੇ ਮੁਲਤਾਨ ਤੋਂ ਭਾਈ ਰੂਪੇ ਨੇ ਕੋਲੋਂ ਕਿਹੜੀ ਸੁਗਾਤ ਲੈ ਕੇ ਆਏ ਹੋ? ਭਾਈ ਦੁਲੀਚੇ ਨੇ ਜਵਾਬ ਦਿੱਤਾ, ਮਹਾਰਾਜ, ਮੈਂ ਤਾਂ ਜੋ ਕੁਝ ਲਿਆਇਆ ਸੀ ਕੱਲ ਆਪ ਜੀ ਦੇ ਅੱਗੇ ਭੇਟਾ ਕਰ ਦਿੱਤਾ ਸੀ। ਗੁਰੂ ਜੀ ਨੇ ਫਿਰ ਪੁੱਛਿਆ, ਭਾਈ ਦੁਲੀਚੇ, ਚੰਗੀ ਤਰ੍ਹਾਂ ਯਾਦ ਕਰ ਲੈ, ਕੋਈ ਚੀਜ਼ ਰਹਿ ਤਾਂ ਨਹੀਂ ਗਈ? ਕਿਸੇ ਪ੍ਰੇਮੀ ਨੇ ਕੋਈ ਸੁਗਾਤ ਭੇਜੀ ਹੋਵੇ ਅਤੇ ਆਪ ਭੇਟ ਕਰਨੀ ਭੁੱਲ ਗਏ ਹੋਵੋ। ਦੁਲੀਚਾ ਗੁਰੂ ਸਾਹਿਬ ਜੀ ਦੀ ਇਹ ਗੱਲ ਸੁਣ ਕੇ ਬੜੇ ਗੁੱਸੇ ਵਿੱਚ ਆ ਗਿਆ। ਕਹਿਣ ਲੱਗਾ, ਤੁਸੀਂ ਮੇਰੇ ਨਾਲ ਬੱਚਿਆਂ ਵਾਲਾ ਵਰਤਾਓ ਕਰ ਰਹੇ ਹੋ। ਮੈਂ 50 ਸਾਲਾਂ ਤੋਂ ਗੁਰੂ ਘਰ ਦੀ ਸੇਵਾ ਕਰ ਰਿਹਾ ਹਾਂ। ਤੁਸੀਂ ਮੇਰੇ ਤੇ ਸ਼ੱਕ ਕਰ ਰਹੇ ਹੋ, ਭਰੇ ਦਰਬਾਰ ਵਿੱਚ ਮੇਰੀ ਇੱਜ਼ਤ ਨੂੰ ਹੱਥ ਪਾ ਰਹੇ ਹੋ। ਤੁਹਾਡੀ ਉਮਰ ਅਜੇ 10 ਸਾਲ ਹੈ ਤੇ ਮੇਰੀ ਉਮਰ 50 ਸਾਲ ਹੈ। ਕਿੰਨੇ ਚਿਰਾਂ ਤੋਂ ਮੈਂ ਇਸ ਘਰ ਵਿੱਚ ਸੇਵਾ ਕਰ ਰਿਹਾ ਹਾਂ। ਗੁਰੂ ਜੀ ਮੁਸਕਰਾਏ ਅਤੇ ਕਹਿਣ ਲੱਗੇ, ਭਾਈ ਦੁਲੀਚਾ, ਥੋੜਾ ਮੇਰੇ ਨੇੜੇ ਆਓ। ਜਦ ਭਾਈ ਦੁਲੀਚਾ ਮਸੰਦ ਗੁਰੂ ਸਾਹਿਬ ਜੀ ਕੋਲ ਗਿਆ ਤਾਂ ਗੁਰੂ ਸਾਹਿਬ ਜੀ ਨੇ ਜ਼ੋਰ ਨਾਲ ਹੱਥ ਮਾਰ ਕੇ ਦੁਲੀਚੇ ਦੀ ਪੱਗ ਲਾ ਕੇ ਵਗਾ ਮਾਰੀ ਅਤੇ ਕਹਿਣ ਲੱਗੇ, ਪਹਿਲਾਂ ਤਾਂ ਮੈਂ ਤੈਨੂੰ ਕੁਝ ਨਹੀਂ ਸੀ ਕਿਹਾ, ਇੱਜ਼ਤ ਨੂੰ ਹੁਣ ਹੱਥ ਪਾਇਆ ਹੈ। ਸਾਰੀ ਸੰਗਤ ਹੈਰਾਨ ਰਹਿ ਗਈ। ਗੁਰੂ ਜੀ ਵੀ ਗੁੱਸੇ ਵਿੱਚ ਆ ਸਕਦੇ ਨੇ, ਪਰ ਉਹਨਾਂ ਦੀ ਹੈਰਾਨੀ ਵਿੱਚ ਉਸ ਵੇਲੇ ਹੋਰ ਵੱਧ ਗਈ ਜਦ ਪੱਗ ਵਿੱਚੋਂ ਸੋਨੇ ਦੇ 2 ਕੜਿਆਂ ਦੀ ਜੋੜੀ ਬਾਹਰ ਡਿੱਗ ਪਈ।
ਇੱਕ ਸਿੱਖ ਨੇ ਚੁੱਕ ਕੇ ਗੁਰੂ ਸਾਹਿਬ ਨੂੰ ਫੜਾਈ। ਗੁਰੂ ਸਾਹਿਬ ਜੀ ਨੇ ਕਿਹਾ, ਭਾਈ ਦਲੀਚਾ, ਹੁਣ ਦੱਸੋ ਤੁਹਾਡੀ ਇੱਜ਼ਤ ਵਿੱਚ ਕੀ ਲੁਕਿਆ ਪਿਆ ਸੀ? ਜਿਸ ਗੁਰੂ ਦੇ ਪਿਆਰੇ ਨੇ ਬੜੀ ਰੀਝ ਨਾਲ, ਬੜੇ ਸੁਨੇਹ ਨਾਲ ਇਹ ਕੜੇ ਭੇਜੇ ਸਨ, ਉਹ ਭਲਾ ਪੁਰਖ ਕੀ ਸੋਚਦਾ ਹੋਵੇਗਾ? ਭੇਦ ਖੁੱਲ ਜਾਣ ਤੇ ਭਾਈ ਦਲੀਚਾ ਬਹੁਤ ਸ਼ਰਮਿੰਦਾ ਹੋਇਆ। ਗੁਰੂ ਜੀ ਦੇ ਚਰਨਾਂ ਤੇ ਪੱਗ ਰੱਖ ਕੇ ਮਿੰਨਤਾਂ ਤਰਲੇ ਕਰਨ ਲੱਗਾ, ਮਹਾਰਾਜ ਮੈਨੂੰ ਬਖਸ਼ ਲਵੋ, ਮੈਂ ਤਾਂ ਤੁਹਾਨੂੰ ਛੋਟਾ ਜਿਹਾ ਬਾਲਕ ਸਮਝਿਆ ਸੀ ਕਿ ਤੁਸੀਂ ਅਜੇ ਬਾਲਕ ਹੋ, ਤੁਸੀਂ ਤਾਂ ਆਪ ਸਤਿਗੁਰੂ ਗੁਰੂ ਨਾਨਕ ਸਾਹਿਬ ਅੰਤਰਜਾਮੀ ਪਰਮੇਸ਼ਰ ਹੋ, ਮੇਰੇ ਤੇ ਕਿਰਪਾ ਕਰੋ, ਮੇਰੀ ਭੁੱਲ ਬਖਸ਼ ਦਿਓ। ਗੁਰੂ ਜੀ ਨੇ ਫਰਮਾਇਆ, ਭਾਈ ਦਲੀਚੇ, ਗੁਰੂ ਘਰ ਵਿੱਚ ਬਖਸ਼ਿਸ਼ ਦੀ ਕੋਈ ਘਾਟ ਨਹੀਂ। ਇਸ ਘਰ ਵਿੱਚ ਹਰੇਕ ਸੰਸਾਰ ਦਾ ਸੁੱਖ ਪਿਆ ਹੋਇਆ ਹੈ। ਜਾਂ ਤੈਨੂੰ ਬਖਸ਼ ਦਿੱਤਾ, ਪਰ ਅੱਗੇ ਤੋਂ ਅਜਿਹੀ ਹੇਰਾ ਫੇਰੀ ਨਾ ਕਰੀ। ਸਤਿਗੁਰੂ ਜੀ ਨੇ ਦਲੀਚੇ ਮਸੰਦ ਦੀ ਪੱਗ ਫੜੀ। ਬੜੇ ਪ੍ਰੇਮ ਦੇ ਨਾਲ ਸਤਿਗੁਰੂ ਜੀ ਨੇ ਭਾਈ ਦਲੀਚੇ ਦੇ ਸਿਰ ਤੇ ਆਪਣੇ ਹੱਥੀ ਦਸਤਾਰ ਸਜਾਈ। ਸਤਿਗੁਰੂ ਜੀ ਆਖਣ ਲੱਗੇ, ਸੰਗਤ ਜੀ, ਗੁੱਸਾ ਨਹੀਂ, ਕ੍ਰੋਧ ਨਹੀਂ, ਪਰ ਕਿਸੇ ਦੀ ਅਮਾਨਤ ਆਪਣੇ ਕੋਲ ਨਹੀਂ ਰੱਖਣੀ ਹੈ, ਹੇਰਾ ਫੇਰੀ ਨਹੀਂ ਕਰਨੀ ਹੈ, ਮਨ ਵਿੱਚ ਕਦੇ ਵੀ ਲਾਲਚ ਵਾਲੀ ਅਵਸਥਾ ਨਹੀਂ ਬਣਾਉਣੀ ਹੈ। ਪਰਮਾਤਮਾ ਨੇ ਜੋ ਦਿੱਤਾ ਹੈ ਉਹਦੇ ਵਿੱਚ ਸੰਤੋਖ ਕਰਨਾ ਹੈ, ਪਰਾਇਆ ਹੱਕ ਨਹੀਂ ਖਾਣਾ ਹੈ, ਠੱਗੀਆਂ ਨਹੀਂ ਮਾਰਨੀਆਂ ਨੇ, ਝੂਠ ਮਾਰ ਕੇ ਮਾਇਆ ਇਕੱਠੀ ਨਹੀਂ ਕਰਨੀ ਹੈ। ਇਹਦਾ ਲੇਖਾ ਪਰਮਾਤਮਾ ਦੇ ਘਰ ਦੇਣਾ ਪਏਗਾ। ਜਦੋਂ ਗੁਰੂ ਗੋਬਿੰਦ ਰਾਏ ਸਾਹਿਬ ਮਹਾਰਾਜ ਜੀ ਦੇ ਬਚਨ ਸੁਣੇ, ਸਾਰੀਆਂ ਸੰਗਤਾਂ ਆਖਣ ਲੱਗੀਆਂ, ਧੰਨ ਧੰਨ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਮਹਾਰਾਜ, ਆਪ ਹੀ 10ਵੇਂ ਸਰੀਰ ਅੰਦਰ ਹੋ ਕੇ ਬਿਰਾਜਮਾਨ ਸੰਗਤਾਂ ਨੂੰ ਸੱਚ ਨਾਲ ਜੋੜ ਰਹੇ ਹੋ। ਮਹਾਰਾਜ ਜੀ ਨੇ ਸਾਰੀਆਂ ਸੰਗਤਾਂ ਨੂੰ ਪ੍ਰੇਮ ਨਾਲ ਸਮਝਾਇਆ। ਭਾਈ ਦਲੀਚੇ ਨੇ ਸਤਿਗੁਰੂ ਜੀ ਦੇ ਚਰਨਾਂ 'ਚ ਨਮਸਕਾਰ ਕੀਤੀ ਤੇ ਮੁਲਤਾਨ ਨੂੰ ਰਵਾਨਾ ਹੋ ਗਿਆ। ਧੰਨ ਧੰਨ ਸਤਿਗੁਰੂ ਗੁਰੂ ਗੋਬਿੰਦ ਰਾਏ ਸਾਹਿਬ ਮਹਾਰਾਜ ਜੀ, ਜਿਨ੍ਹਾਂ ਦਾ ਸਿੱਖ। ਧੰਨ ਧੰਨ ਭਾਈ ਰੂਪਾ ਸੇਠ ਜੀ, ਜਿਹਦੀਆਂ ਭੇਜੀਆਂ ਹੋਈਆਂ ਵਸਤੂਆਂ ਸਤਿਗੁਰੂ ਜੀ ਨੇ ਪ੍ਰਵਾਨ ਕਰ ਲਈਆਂ। ਜਿਸ ਤਰ੍ਹਾਂ ਧੰਨ ਧੰਨ ਸਤਿਗੁਰੂ ਰਵਿਦਾਸ ਸਾਹਿਬ ਮਹਾਰਾਜ ਜੀ ਦੀ ਭੇਜੀ ਹੋਈ ਭੇਟਾ ਗੰਗਾ ਨੇ ਪ੍ਰਵਾਨ ਕਰ ਲਈ ਸੀ। ਇਸ ਕਰਕੇ ਅਕਾਲ ਪੁਰਖ ਹਰੇਕ ਰੂਪ ਅੰਦਰ ਵਿਚਰਦਾ ਹੈ ਤੇ ਆਪਣੇ ਭਗਤਾਂ ਦੀ ਲਾਜ ਰੱਖਦਾ ਹੈ। ਧੰਨ ਧੰਨ ਸਤਿਗੁਰੂ ਗੁਰੂ ਗੋਬਿੰਦ ਸਿੰਘ ਜੀ ਸਾਹਿਬ ਜੀ ਮਹਾਰਾਜ।